Drug addiction is a mental disease which needs attention like any other disease. Enslaved by an addictive substance, the person loses control on himself and falls into the vicious cycle of addiction, never knowing that a casual start will lead to a life of drudgery in which every day brings misery. Stigma and discrimination further accentuate the problem, and the addict loses the hope of recovering from this disease. To nourish their helplessness over addictive behavior, they even indulge in law-breaking behaviors, and then they suffer in the hands of ignorant society and are punished and penalized by law. Drug addiction is a disease of brain. It's chemically based, rooted in brain, affecting the secretion of dopamine, which gives high. Drug addiction is a disease of feeling high, and the only way to come out of it is to have same high in socially acceptable activities. Drugs affect the functioning of prefrontal cortex, the seat of higher cognitive processes. Dr. JPS Bhatia, a neuropsychiatrist by profession and an impeccable de-addiction expert, has pioneered in converting this stigma into celebration. ਨਸ਼ਿਆਂ ਦੀ ਜਿਹੜੀ ਸਮੱਸਿਆ ਹੈ ਬਹੁਤ ਹੀ ਗੁੰਝਲਦਾਰ ਸਮੱਸਿਆ ਹੈ। ਹਰ ਸਾਡੇ ਪੜ੍ਹਨ ਦੇ ਸਥਾਨ, ਸਾਡੇ ਕੰਮ ਕਰਨ ਦੇ ਸਥਾਨ, ਕੋਈ ਵੀ ਇਸ ਤੋਂ ਵਾਂਝਾ ਨਹੀਂ ਹੈ। ਇਹ ਸਾਡੇ ਘਰ ਘਰ ਦੀ ਕਹਾਣੀ ਬਣ ਗਈ ਹੈ। ਸਾਡੀ ਬੇਵਸੀ ਇਸ ਦੇ ਵਿੱਚ ਨਜ਼ਰ ਆਉਂਦੀ ਹੈ। ਸਾਨੂੰ ਪੜ੍ਹਿਆ ਲਿਖਿਆ ਬੰਦਿਆਂ ਨੂੰ, ਸਾਨੂੰ ਇਸ ਸੁਸਾਇਟੀ ਦੇ ਮੈਂਬਰਸ ਨੂੰ ਸਾਡੀ ਇੱਕ ਸਪੈਸ਼ਲ ਡਿਊਟੀ ਬਣਦੀ ਹੈ ਕਿ ਇਸ ਵਾਸਤੇ ਕੋਈ ਕੰਮ ਕਰੀਏ। ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਇਸ ਡਾਕੂਮੈਂਟਰੀ ਦੇ ਵਿੱਚ ਵੀ ਅਸੀਂ ਇਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਸ਼ੇ ਕੀ ਹਨ, ਇਹ ਕਿਸ ਤਰ੍ਹਾਂ ਹੁੰਦੇ ਹੈ, ਕਿਸ ਤਰ੍ਹਾਂ ਇਹਨਾਂ ਦੀ ਬਿਮਾਰੀ ਲੱਗਦੀ ਹੈ ਤੇ ਕਿਸ ਤਰ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦੇ ਹੈ। ਮੈਂ ਆਪਣੇ ਕਿੱਤੇ ਦੇ ਵਿੱਚ 15-20 ਸਾਲ ਦੇ ਐਕਸਪੀਰੀਅੰਸ ਦੇ ਵਿੱਚੋਂ ਇਹ ਸਿੱਖਿਆ ਕਿ ਇਹਦੇ ਨਾਲ ਡੀਲ ਕਰਨ ਦਾ ਸਿਰਫ ਤੇ ਸਿਰਫ ਇੱਕੋ ਤਰੀਕਾ ਹੈ ਕਿ ਇਹਨੂੰ ਇੱਕ ਬਿਮਾਰੀ ਮੰਨਿਆ ਜਾਏ, ਇਹਨਾਂ ਨਾਲ ਪਿਆਰ ਨਾਲ ਡੀਲ ਕੀਤਾ ਜਾਏ, ਇਹਨਾਂ ਦੀ ਡਿਗਨਿਟੀ ਨੂੰ ਹਾਈ ਰੱਖਿਆ ਜਾਵੇ, ਇਹਨਾਂ ਦਾ ਇੱਜ਼ਤ ਸਤਿਕਾਰ ਕੀਤਾ ਜਾਵੇ। ਡਾਕਟਰ ਤੇ ਪੇਸ਼ੈਂਟ ਵਾਲਾ ਰਿਲੇਸ਼ਨ ਨਹੀਂ, ਸਗੋਂ ਉਸ ਤੋਂ ਵੀ ਅੱਗੇ ਵੱਧ ਕੇ ਇਹਨਾਂ ਨਾਲ ਪਰਿਵਾਰਿਕ ਰਿਲੇਸ਼ਨ ਜੋੜੇ ਜਾਣ ਤੇ ਇਹਨਾਂ ਦੀ ਫੈਮਲੀਆਂ ਨੂੰ ਵਿੱਚ ਇਨਵੋਲਵ ਕਰਕੇ ਫਿਰ ਇਹਦੇ ਉੱਪਰ ਕਾਬੂ ਪਾਇਆ ਜਾ ਸਕਦਾ ਹੈ। ਐਂਡ ਦੈਟ ਇਜ਼ ਦਾ ਓਨਲੀ ਵੇ ਟੂ ਟ੍ਰੀਟ ਐਡਿਕਸ਼ਨ, ਐਂਡ ਦੈਟ ਇਜ਼ ਵਾਟ ਵੀ ਹੈਵ ਸ਼ੋਨ ਇਨ ਦਿਸ ਡਾਕੂਮੈਂਟਰੀ। ਐਡਿਕਸ਼ਨ ਦੇ ਬਾਰੇ ਅਸੀਂ ਬਹੁਤ ਕੁਝ ਜਾਣਿਆ, ਬਹੁਤ ਕੁਝ ਦੇਖਿਆ। ਇਹਦੀ ਬੇਵਸੀ ਦੇ ਅੱਗੇ ਅਸੀਂ ਹਮੇਸ਼ਾ ਹੀ ਹਾਰੇ, ਪਰ ਸਾਨੂੰ ਇਹ ਕਦੀ ਸਮਝ ਨਹੀਂ ਆਈ ਕਿ ਐਡਿਕਸ਼ਨ ਹੈ ਕੀ ਹੈ। ਐਡਿਕਸ਼ਨ ਇੱਕ ਬਹੁਤ ਹੀ ਸਿੰਪਲ ਜਿਹਾ ਪ੍ਰੋਸੈਸ ਹੈ ਜਿਹੜਾ ਸਾਡੇ ਦਿਮਾਗ ਦੇ ਵਿੱਚ ਕਿਤੇ ਵਿਚਰਦਾ ਹੈ। ਸਾਡੇ ਦਿਮਾਗ ਦੇ ਵਿੱਚ ਜਿਹੜਾ ਬੇਸਿਕ ਜਿਹੜਾ ਸੈਂਟਰਲ ਰਿਵਾਰਡ ਸਰਕਟ ਹੈ, ਉਹ ਆਪਣੀ ਅੰਦਰ ਦੀ ਤਾਕਤ ਨੂੰ, ਆਪਣੇ ਦਿਮਾਗ ਦੀ 3 ਨੰਬਰ ਦਿਮਾਗ ਦੀ ਤਾਕਤ ਨੂੰ, ਪ੍ਰੀਫਰੰਟਲ ਕਾਰਟੈਕਸ ਜਿਹਨੂੰ ਕਹਿੰਦੇ ਆ, ਉਹ ਚੁੱਕ ਕੇ ਕਿਸੇ ਵੀ ਵਸਤੂ ਦੇ ਉੱਪਰ ਜਦੋਂ ਦੇ ਦਿੰਦਾ, ਸਾਡਾ ਦਿਮਾਗ ਜਿਹੜਾ ਇਸ ਆਪਣੇ ਹੀ ਸੈਲਫਿਸ਼ ਬ੍ਰੇਨ ਦੇ ਅੱਗੇ ਬਿਲਕੁਲ ਹਾਰ ਜਾਂਦਾ ਤੇ ਸਾਰੀ ਦੀ ਸਾਰੀ ਬੇਵਸੀ ਸਾਡੀ ਬਾਹਰ ਆ ਕੇ ਨਜ਼ਰ ਆਉਣ ਲੱਗ ਪੈਂਦੀ ਹੈ। ਇਸ ਨੂੰ ਹੀ ਅਸੀਂ ਨਸ਼ਾ ਕਹਿੰਦੇ ਆ। ਹੁਣ ਇਹ ਬੇਵਸੀ ਕਿੱਥੇ ਕਿੱਥੇ ਅਸੀਂ ਹਾਰਦੇ ਆ। ਇਹਦੇ 'ਚ ਕਈ ਤਰ੍ਹਾਂ ਦੀਆਂ ਰਸਾਇਣਿਕ ਪਦਾਰਥ ਆਉਂਦੇ ਆ ਜਿਹਨੂੰ ਅਸੀਂ ਕੈਮੀਕਲ ਐਡਿਕਸ਼ਨ ਕਹਿੰਦੇ ਆ, ਕੈਮੀਕਲ ਡਿਪੈਂਡੈਂਸ ਕਹਿੰਦੇ ਆ। ਇਸ ਤੋਂ ਇਲਾਵਾ ਅੱਜ ਕੱਲ੍ਹ ਦੀ ਜਿਹੜੀ ਕਹਿੰਦੇ ਆ ਕਿ ਮੋਬਾਈਲ ਫੋਨਸ, ਉਸ ਤੋਂ ਬਾਅਦ ਇੰਟਰਨੈਟ, ਉਸ ਤੋਂ ਬਾਅਦ ਗੈਂਬਲਿੰਗ, ਸੈਕਸ ਐਡਿਕਸ਼ਨ, ਰਿਲੇਸ਼ਨਸ਼ਿਪ ਐਡਿਕਸ਼ਨ, ਕਿੰਨੇ ਹੀ ਨਾਂ ਲੈ ਲਓ। ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਐਡਿਕਸ਼ਨ ਜਿਹੜੀਆਂ ਜੁੜੀਆਂ ਹੋਈਆਂ। ਇਹ ਐਡਿਕਸ਼ਨ ਜਿਹੜੀਆਂ ਕਈ ਤਰ੍ਹਾਂ ਦੀਆਂ ਬਣ ਗਈਆਂ, ਪਰ ਇਹਨਾਂ ਦੀ ਜਿਹੜੀ ਬੇਸਿਕ ਸਟਰਕਚਰ ਹੈ, ਬੇਸਿਕ ਇਹਨਾਂ ਦਾ ਕਾਜ਼ ਹੈ, ਉਹ ਸਾਡੇ ਦਿਮਾਗ ਦੇ ਵਿੱਚ ਹੀ ਹੈ। ਜਦੋਂ ਤੱਕ ਸਾਨੂੰ ਇਹ ਸਮਝ ਆਊਗੀ ਕਿ ਇਹ ਜਿਹੜੀ ਸ਼ੁਰੂਆਤ ਕੀਤੀ ਹੋਈ ਸ਼ੁਰੂਆਤ ਜਿਹੜੀ ਕਿ ਬਿਲਕੁਲ ਕੈਜੂਅਲ ਸਟਾਰਟ ਹੈ, ਤੁਸੀਂ ਆਪ ਦੇਖਿਆ ਹੀ ਹੈ, ਜਿਹੜੇ ਬੇਵਸ ਲੋਕੀ ਹੈ ਜਿਨ੍ਹਾਂ ਨੂੰ ਕਦੀ ਇਲਾਜ ਕਰਾਉਣ ਦਾ ਮੌਕਾ ਹੀ ਨਹੀਂ ਮਿਲਦਾ ਤੇ ਉਹਨਾਂ ਦਾ ਬਾਟਮ ਕਦੀ ਲੱਗਦਾ ਹੀ ਨਹੀਂ ਤੇ ਉਹਨਾਂ ਦੀ ਸਿੱਧੀ ਮੌਤ ਆ ਜਾਂਦੀ ਹੈ। ਸਾਡੇ ਜਿਹੜੇ ਪੇਸ਼ੈਂਟ ਹੈ ਜਿਹੜੇ ਰਿਕਵਰ ਕਰ ਰਹੇ ਆ, ਜਿਵੇਂ ਵਾਲੀਆ ਸਾਹਿਬ ਹੋ ਗਏ, ਦਵਿੰਦਰ ਹੋ ਗਏ, ਜਸਬੀਰ ਸਿੰਘ ਹੋ ਗਏ, ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਵੀ ਬਿਲਕੁਲ ਇਸ ਤਰ੍ਹਾਂ ਹੀ ਕੈਜੂਅਲ ਸਟਾਰਟ ਕੀਤਾ ਹੋਇਆ, ਅਲਟੀਮੇਟਲੀ ਬੇਵਸ ਦੀ ਹਾਲਤ 'ਚ ਪਹੁੰਚਦੇ ਹੋਏ ਫਿਰ ਇਹਨਾਂ ਦਾ ਬਾਟਮ ਲੱਗਾ ਜਦੋਂ ਕਿ ਹਸਪਤਾਲਾਂ 'ਚ ਬੈਠੇ ਸੀਗੇ, ਜਦੋਂ ਇਹਨਾਂ ਦਾ ਖੂਨ ਵਗ ਰਿਹਾ ਸੀਗਾ, ਉਸ ਵੇਲੇ ਹੀ ਇਹਨਾਂ ਨੂੰ ਪਤਾ ਲੱਗਾ, ਇਹਨਾਂ ਦੇ ਵਿੱਚ ਅਵੇਕਨਿੰਗ ਸਟੇਜ ਆਈ ਤੇ ਇਹਨਾਂ ਨੂੰ ਪਤਾ ਲੱਗਾ ਕਿ ਰਿਕਵਰੀ ਦਾ ਇਹਨਾਂ ਜ਼ਿੰਦਗੀ ਦੇ ਵਿੱਚ ਕੀ ਸਥਾਨ ਹੈ। ਉਸ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਲੱਗ ਕੇ ਇਸ ਪ੍ਰੋਗਰਾਮ ਨੂੰ ਅੱਗੇ ਚਲਾਇਆ ਤੇ ਰਿਕਵਰੀ ਦੇ ਡਿਫਰੈਂਟ ਪਹਿਲੂਆਂ ਦੇ ਉੱਪਰ ਕੰਮ ਕੀਤਾ ਤੇ ਸਾਡਾ ਐਕਸਪੈਰੀਮੈਂਟ ਸਾਡੇ ਨਾਲ ਚੱਲਦਾ ਹੋਇਆ, ਹਰਮਿਟੇਜ ਦੇ ਵਿੱਚ ਚੱਲਦਾ ਹੋਇਆ, ਹਸਪੀਟਲ 'ਚ ਚੱਲਦਾ ਹੋਇਆ ਬੜਾ ਸਕਸੈਸਫੁਲ ਚੱਲ ਰਿਹਾ। ਇਸ 'ਚ ਸਭ ਤੋਂ ਵੱਡਾ ਰੋਲ ਰਿਹਾ ਇਹਨਾਂ ਦੀ ਵਾਈਫਸ, ਇਹਨਾਂ ਦੇ ਸਪਾਊਸ, ਇਹਨਾਂ ਦੀਆਂ ਫੈਮਲੀਆਂ ਦਾ। ਸਾਨੂੰ ਇਹ ਗੱਲ ਸਮਝ ਆਈ ਕਿ ਇੱਕ ਫੈਮਿਲੀ ਡਿਜ਼ੀਜ਼ ਹੈ, ਇਹਦੇ ਨੂੰ ਠੀਕ ਕਰਨ ਵਾਸਤੇ ਹੀ ਫੈਮਿਲੀ ਦੀ ਬਹੁਤ ਜ਼ਿਆਦਾ ਮਦਦ ਹੈ ਤੇ ਇਹੀ ਜਿਹੜੀ ਅੱਗੇ ਚੱਲ ਕੇ ਸੁਸਾਇਟੀ ਦੀ ਮਦਦ ਬਣਦੀ ਹੈ ਤੇ ਇਹੀ ਇੱਕ ਤਰੀਕਾ ਹੈਗਾ ਜਿਹਦੇ ਨਾਲ ਅਸੀਂ ਕਦੀ ਵੀ ਨਸ਼ਿਆਂ ਦੇ ਉੱਪਰ ਕਾਬੂ ਪਾ ਸਕਾਂਗੇ। He's bringing awareness through media, lectures and associations with clubs. A doctor with difference has brought difference
in the lives of many drug addicts by creating ample success stories which will be shown in this documentary. To fulfill his needs of addiction, an addict can even resort to many antisocial behaviors like stealing and getting aggressive. Drugs affect the nervous system of a person, due to which he loses his visual motor coordination and concentration, as a result of which he cannot even do simple errands on his own. Tajinder Walia started with a single bottle of beer, which slowly and gradually took turn to alcoholism. Detachment from his family entrapped him into addiction, and in the hands of alcoholism, he even abandoned his family, including his wife and 3 loving daughters. मेरा नाम तेजिंदर वालिया, इस वेले मेरी 56 साल की उम्र हैगी है. I have mentally raped my family. They prayed for my death every day. मानसिक तौर पर मैं अपनी फैमिली का बलात्कार किया है. रोज एक प्रार्थना करते सी परमात्मा अगे कि इनू चुक लै. घर के हालात इस जगह तक पहुँचा दिते है कि ये हुण मारी जान. रोज़ मैं इन्हां नाल लड़ाई झगड़ा मार कुटाई गाली गलोच ही होंदा रहा. कई बारी घरों गया भज्जिया वा, कई बारी कढ़िया, कई बारी कुछ होया, पर मैं इस तरह नहीं हैगा सी. मैं जदों नशे नूं मैं स्टार्ट किया सी, इस तरह नहीं सी कीता हैगा कि मैं इस हालात च पहुंचांगा. एक मौज मस्ती नाल कीता सी. मेरी बहुत एजुकेशन जिहड़ी हैगी है, मुढ़ली एजुकेशन मैं मसूरी के होस्टल च बताई है. 10 साल मैं होस्टल च रहा वां. वापस आया वहाँ चंडीगढ़ फर्स्ट ईयर उतों किया. उत्थे एवं एक बीयर का पैग नाल एवं कटाकरा हो गया. उस तो बाद जिंदगी जिहड़ी है नरक ही नरक बनती गई. एक बीयर का पैग, 2 पैग हो गए. बीयर की बोतल तो बाद विस्की, विस्की तो बाद बोतलां चालू हो गई. हर रोज़ शराब पीनी शुरू कर दी. रात सवेरे अपने कपड़े लत्था भी बेचे, सिर्फ और सिर्फ एक नशे की पूर्ति वास्ते. कैप्सूल्स उदों खाते. मेरी गर्लफ्रेंड हैगी सी, हिंदू परिवार की सी, उहदे नाल विआह नहीं हो पाया. जिस दिन उहदा सगन हैगा सी, उस दिन नींद दीयां गोलियां खा के सुइसाइड करने की कोशिश की. इस तरह नशे का मिकदार वधदी गई. घर च प्रॉब्लम आंदियां गईयां. फादर साहब ने कहा विआह कर दिओ. अमृतसर च ना हो पाया. बड़ी ट्राई की, पर मेरी जिहड़ी हैगी है, मेरी बैकग्राउंड वो पहलों पहुँच जाती होंदी सी. वो पहलों ही सारिਆਂ ਨੂੰ पता लग जाता सी, ना हो जाती सी. डॉली बॉम्बे की हैगी सी. शायद इन्हों मेरे बारे इन्ना नहीं सी पता हैगा. इन्हों की जो प्रपोजल आई आप उस वे लपक ली. झूठ बोल के ब्याह किया. डेफिनेटली मैनू एक दिन पहले रात बरात आई है, उस दिन पता चलिया है कि ड्रिंक्स लेंदे. बहुत कलेश पै गया, पर मैं उस दिन बड़ियां कसमां खादियां, बड़ा कुछ किया. अगले दिन जाके अमृत भी छकिया. ਜਿਹੜਾ ਬੰਦਾ ਡਰਿੰਕਸ ਨਾਲ ਇੰਨੀ ਨਫ਼ਰਤ ਕਰਦਾ ਹੋਵੇ, ਉਹਨੂੰ ਪਤਾ ਲੱਗੇ ਕਿ ਉਹਦਾ ਹਸਬੰਡ ਹੀ ਡਰਿੰਕਸ ਲੈਣ ਵਾਲਾ ਹੈਗਾ, ਉਹਦੇ ਤੇ ਕੀ ਬੀਤ ਸਕਦੀ ਹੈ, ਤੁਸੀਂ ਸੋਚ ਸਕਦੇ ਹੋ. ਵਿਆਹ ਹੋ ਗਿਆ 1 ਸਾਲ ਮੈਂ ਪੂਰਾ ਜਿਹੜਾ ਹੈਗਾ ਵਾ ਉਹ ਮੈਂ ਅਮ੍ਰਿਤ ਦਾ ਧਿਆਨ ਵੀ ਦਿੱਤਾ. ਪਰ ਤੁਸੀਂ ਵੇਖੋ ਕਿਸ ਗੁਲਾਮੀਅਤ ਵਿੱਚ ਆਪਾਂ ਚਲੇ ਜਾਂਦੇ, ਹੈਵਾਨੀਅਤ ਵਿੱਚ ਚਲੇ ਜਾਂਦੇ ਆ. ਸਾਲ ਮੈਂ ਜਦੋਂ ਮੈਂ ਨਸ਼ਾ ਛੱਡਣ ਦਾ ਜਿਹੜਾ ਸਾਲ ਸੀ, ਸ਼ਰਾਬ ਛੱਡਣ ਦੀ ਜਿਹੜੀ ਐਨੀਵਰਸਰੀ ਮਨਾਈ, ਉਹ ਮੈਂ ਸ਼ਰਾਬ ਪੀ ਕੇ ਮਨਾਈ. पर वो जो नशे की मिकदार वधदी गई, इंपोर्टेंसी भी आ गई. वो होर ड्रग्स भी मैं सेवन करने शुरू कर दिते. बहुत हालात भैड़े हो गए. 2 बारी ICU च रहा वा. खून दी उल्टियां मैं कीतियां. हाथ मेरे हिलते सी. मैमरी लॉस खत्म हो गया सी. पर मैं मार कुटाई घर लड़ाई झगड़ा ही हो रहा. एक बार मेरी वाइफ डॉली का ऑपरेशन हैगा सी, बहुत सीरीयस हैगा सी, यूट्रस का ऑपरेशन. इनू ब्लड की लोड़ हैगी सी, मिलिया नहीं. मैनू दिते गए पैसे मैं ठेके पहुँचाते. मैं उस वेले शराब पीती. एक कली इस औरत ने कल्ले ही जाके अपना ऑपरेशन कराया. मैं गया ही नहीं. घर बैठ के मैं शराब पींदा रहा और मैं प्रार्थना करता सी वापस ही ना. जदों वापस आई मैनू बड़ा गुस्सा चढ़िया. मैं अपने नूं बड़ा कोसिया. मैं कहा कि ये तो एक ब्लॉक आ गया है, चंगा भला जा रही हैगी सी, क्यों वापस आ गई. अज परमात्मा अगे इक्को अरदास हैगी है, इस तो पहलों मैं जावां क्यों, करके मैं ICU विच रहा.
ਨਸਾਂ ਅੰਦਰੋਂ ਫਟ ਗਈਆਂ ਹੈਗੀਆਂ ਸੀ, ਖੂਨ ਦੀਆਂ ਨਾਲੀਆਂ ਵਗਣ ਸ਼ੁਰੂ ਹੋ ਗਈਆਂ। ਮੈਨੂੰ ਹਸਪੀਟਲ ਲੈ ਗਏ, ਉੱਥੇ ਮੇਰਾ ਹਾਰਟ ਵੀ ਬੰਦ ਹੋ ਗਿਆ। ਇਹਨੇ ਉਦੋਂ ਸੋਚ ਲਿਆ, ਇਹ ਘਬਰਾ ਗਈ, ਪੈਨਿਕ ਹੋ ਗਈ, ਸ਼ਾਇਦ ਰੋਣ ਰਾਣ ਵੀ ਲੱਗ ਪਈ ਹੋਣੀ ਹੈ ਕਿ ਹੁਣ ਕੰਮ ਖਤਮ ਹੋ ਗਿਆ। ਪਰ ਸ਼ਾਇਦ ਉਹ ਮੇਰਾ ਉਸ ਵੇਲੇ ਉਹ ਬਾਟਮ ਹੈਗਾ ਸੀ, ਮੇਰਾ ਥੱਲੇ ਲੱਗਣਾ ਹੈਗਾ ਸੀ। ਉਸ ਤੋਂ ਬਾਅਦ ਮੈਨੂੰ ਡਾਕਟਰ ਭਾਟੀ ਸਾਹਿਬ ਮਿਲੇ, ਜੋ ਇੱਥੇ ਡੀ ਐਡਿਕਸ਼ਨ ਸੈਂਟਰ ਚਲਾਉਂਦੇ ਆ। ਉਹ ਮੈਨੂੰ ਵੇਖਣ ਆਏ। ਹਸਪੀਟਲ ਵਿੱਚ ICU 'ਚ ਮੈਂ ਪਿਆ ਹੋਇਆ ਸੀ, ਖੂਨ ਨਾਲ ਲੱਥਪੱਥ ਹੈਗਾ ਸੀ। ਉਹਨਾਂ ਨੂੰ ਉਮੀਦ ਨਹੀਂ ਹੈਗੀ ਸੀ ਕਿ ਇਹ ਬਚ ਜਾਏ। ਡੋਲੀ ਨੂੰ ਕਹਿ ਕੇ ਚਲੇ ਗਏ ਕਿ ਅਗਰ ਇਹ ਬਚ ਜਾਏਗਾ ਮੇਰੇ ਕੋਲ ਲੈ ਆਣਾ। ਬਚ ਗਿਆ, ਪਤਾ ਨਹੀਂ ਕਿਉਂ, ਕੋਈ ਉਮੀਦ ਨਹੀਂ ਹੈਗੀ ਸੀ। ਇਸ ਹਾਲਾਤ ਵਿੱਚ ਹੈਗਾ ਸੀ ਮੈਂ ਡਾਕਟਰ ਸਾਹਿਬ ਨੂੰ ਉਦੋਂ ਮਿਲਿਆ। ਉਸ ਤੋਂ ਬਾਅਦ ਸਭ ਕੁਝ ਚੇਂਜ ਹੋ ਗਿਆ। Davinder now has been recruited as a counselor in the Hermitage, a rehabilitation center for drug addicts, and he has emerged as a wonderful, sensitive human being who even spares his time in playing with mentally retarded children. ਜ਼ਿੰਦਗੀ ਬਦਲ ਗਈ, ਇੰਨੀ ਪਿਆਰੀ ਹੋ ਗਈ, ਇੰਨੀ ਸ਼ਾਨਦਾਰ ਹੋ ਗਈ, ਇੰਨੀ ਬਦਲ ਗਈ ਹੈਗੀ ਹੈ ਜ਼ਿੰਦਗੀ ਕਿ ਮੈਂ ਸੋਚ ਨਹੀਂ ਸਕਦਾ ਹੈਗਾ ਸੀ ਕਿ ਇੱਕ ਬੰਦੇ ਨੂੰ ਜਿਹਨੂੰ ਨਾਲੀ ਵਿੱਚ ਹਰ ਵੇਲੇ ਡਿੱਗਿਆ ਰਹਿੰਦਾ ਹੁੰਦਾ ਸੀ, ਕੀੜਾ ਕਹਿੰਦਾ ਸੀ, ਕੁੱਤਾ ਕਿਹਾ ਜਾਂਦਾ ਸੀ, ਗਾਲਾਂ ਕੱਢੀਆਂ ਜਾਂਦੀਆਂ ਸੀ, ਸ਼ਰਾਬੀ ਕਿਹਾ ਜਾਂਦਾ ਸੀ, ਗੋਲੀਬਾਜ਼ ਕਿਹਾ ਜਾਂਦਾ ਸੀ, ਨਸ਼ੇੜੀ ਕਿਹਾ ਜਾਂਦਾ ਸੀ, ਅੱਜ ਉਹਨੂੰ ਹੀ ਇੰਨੀ ਇੱਜ਼ਤ, ਇੰਨਾ ਪਿਆਰ, ਇੰਨਾ ਕੁਛ ਮਿਲ ਗਿਆ। ਉਹ ਸਭ ਨਾਲੋਂ ਵੱਡੀ ਜਿਹੜੀ ਮੈਨੂੰ ਗੱਲ ਮਿਲੀ ਹੈਗੀ ਹੈ ਮੇਰੀ ਫੈਮਿਲੀ। ਜੋ ਮੈਨੂੰ ਫੈਮਿਲੀ ਨਾਲ ਅੱਜ ਮੈਨੂੰ ਪਿਆਰ ਮਿਲਿਆ ਹੈਗਾ, ਜੋ ਮੇਰੇ ਨਾਲ ਇਹਨਾਂ ਦੀਆਂ ਸਾਂਝਾਂ, ਜੋ ਮੈਨੂੰ ਇਹਨਾਂ ਨੇ ਦਿੱਤਾ ਹੈਗਾ, ਉਹ ਮਤਲਬ ਕਿ ਇੱਕ ਬੰਦਾ ਸੋਚ ਹੀ ਨਹੀਂ ਸਕਦਾ ਹੈਗਾ ਜੋ ਅੱਜ ਖੁਸ਼ੀਆਂ ਮੈਨੂੰ ਮਿਲੀਆਂ ਹੈਗੀਆਂ। Tajinder Walia is today leading a completely disciplined and organized life. He is a complete family man, committed to his wife and loveful towards his daughters and grandchildren. The joy which he is deriving today from his life was never even imagined by him and his family ever. The de-addiction counselors play a significant role in assessing the personality traits of drug addicts through psychological testing and clinical interviewing techniques, and thus planning specialized individual counseling sessions monitored to their needs. ਤੁਸੀਂ ਇੱਥੇ ਸਾਰੇ ਦੇਖੇ ਹੀ ਹੈ ਕਿ ਪਹਿਲਾਂ ਕਿ ਕਹਿੰਦੇ ਕਿ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਸੀਗੀ, ਹੁਣ ਛੱਡਣ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਏ। ਇਹਦਾ ਇੱਥੇ ਦੱਸਣ ਦਾ ਸਿਰਫ ਮਕਸਦ ਇਹੀ ਹੁੰਦਾ ਕਿ ਆਪਾਂ ਸਾਰੇ ਉਹ ਬੰਦੇ ਆ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਪਰਿਵਾਰਿਕ ਤੌਰ ਤੇ ਆਪਣੇ ਸਗੇ ਸੰਬੰਧੀਆਂ ਕਰਕੇ ਜਾਂ ਆਪ ਇਸ ਗੱਲ 'ਚ ਅਫੈਕਟਡ ਹੈਗੇ ਆ। ਜੇ ਬਾਹਰ ਅਸੀਂ ਇਹ ਕੋਈ ਗੱਲ ਕਰਦੇ ਹਾਂ ਸ਼ਾਇਦ ਇਹ ਮਜ਼ਾਕ ਦਾ ਮੁੱਦਾ ਬਣ ਜਾਂਦਾ, ਪਰ ਸਾਨੂੰ ਪਤਾ ਹੈ ਕਿ ਇੱਥੇ ਹਰ ਇੱਕ ਨੇ ਆਪਣੀ ਮੌਤ ਨੂੰ ਇੰਨੀ ਕੋਲੋਂ ਦੇਖਿਆ ਹੁੰਦਾ ਕਿ ਇੱਥੇ ਕੋਈ ਬੰਦਾ ਕਿਸੇ ਨੂੰ ਮਜ਼ਾਕ ਕਰਨ ਦੀ ਹਿੰਮਤ ਨਹੀਂ ਕਰ ਸਕਦਾ। Every Friday, a group counseling session is held in Bhatia De-Addiction Center, where the recovering addicts speak their hearts out, do catharsis, motivate others, seek forgiveness for the wrongs they did with their families. Equally, their wives and children also elaborate on how they help them coming out of this disease. Hundreds of recovering addicts participate in these sessions.